ਸਤਿ ਸ਼੍ਰੀ ਅਕਾਲ। ਲੋਕ ਰਾਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਸਵਾਗਤ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡੀ ਬੜੀ ਮਿਹਰਬਾਨੀ ਜੀ। ਲੋਕ ਰਾਣ ਦੇ ਸਰੋਤੇ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਪੰਜਾਬ ਦੀ ਸਥਿਤੀ ਕੀ ਹੈ ਰਾਜਨੀਤਿਕ, ਕਿਹੜੀ ਪਾਰਟੀ ਦਾ ਉਭਾਰ ਲੱਗਦਾ, ਕਿਹੜੀ ਪਾਰਟੀ ਦੇ ਚਾਂਸ ਜੇ ਲੱਗਦੇ ਨੇ ਕਿ ਸੱਤਾ ਦੇ ਵਿੱਚ ਆ ਸਕਦੀ ਹੈ, ਜਾਂ ਫਿਰ ਪੰਜੇ ਧੜਿਆਂ ਦੇ ਵਿੱਚ ਤਗੜੇ ਆਪਸੀ ਮੁਕਾਬਲੇ ਨੇ, ਇੱਕ ਇੱਕ ਕਰਕੇ ਸਾਰੀ ਚੀਜ਼ ਸਮਝਾਂਗੇ, ਸਰੋਤਿਆਂ ਦੇ ਸਨਮੁਖ ਰੱਖਾਂਗੇ, ਦਰਸ਼ਕਾਂ ਨੂੰ ਦੱਸਾਂਗੇ। ਧਾਲੀਵਾਲ ਸਾਹਿਬ, ਰਾਜਨੀਤਿਕ ਸਥਿਤੀ ਕਿਵੇਂ ਬਦਲ ਰਹੀ ਹੈ ਨਿੱਤ? ਦੇਖੋ, ਇਲੈਕਸ਼ਨ ਕਮਿਸ਼ਨ ਨੇ ਛੋਟ ਦਿੱਤੀ, ਨਾਮਜ਼ਦਗੀਆਂ ਦਾ ਦੌਰ ਰਿਹਾ, ਉਹਦੇ 'ਚ ਕਿਸਾਨਾਂ ਦਾ ਆਪਣਾ ਪ੍ਰੋਗਰਾਮ ਰਿਹਾ, ਹਰ ਪਲ ਚੇਂਜ ਹੋ ਰਿਹਾ ਸਿਨੈਰੀਓ। ਹੁਣ ਰਾਜਨੀਤੀ ਕਿੱਥੇ ਖੜੀ ਹੈ? ਦੇਖੋ, ਮੁੱਖ ਰੂਪ 'ਚ ਆਪਾਂ ਜੇ ਕਹੀਏ ਕਿ ਪੰਜ ਧੜੇ ਮੁੱਖ ਰੂਪ 'ਚ ਉੱਭਰ ਆਏ ਨੇ। ਇਸ ਤੋਂ ਬਿਨਾਂ ਕਿਤੇ ਕਿਤੇ ਪੌਕਟਾਂ ਦੇ ਵਿੱਚ, ਜਿਵੇਂ ਆਪਾਂ ਕਹੀਏ ਲੁਧਿਆਣੇ ਜ਼ਿਲ੍ਹੇ 'ਚ ਇਨਸਾਫ ਪਾਰਟੀ ਦਾ ਇੱਕ ਜ਼ੋਰ ਹੈ, ਉੱਥੇ ਉਹ ਛੇਵਾਂ ਧੜਾ ਬਣ ਜਾਂਦੀ ਹੈ। ਇਸ ਤੋਂ ਬਿਨਾਂ ਹੋ ਸਕਦਾ ਕੋਈ ਪਾਰਟੀਜ਼ ਇੱਦਾਂ ਦੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਖੱਬੇ ਪੱਖੀ ਪਾਰਟੀਆਂ ਨੇ, ਇਹਨਾਂ ਦਾ ਕਿਤੇ ਕਿਤੇ ਕੋਈ ਕੈਂਡੀਡੇਟ ਸਾਹਮਣੇ ਆਏ, ਜਾਂ ਇਸ ਤੋਂ ਬਿਨਾਂ ਐਂ ਲੱਗ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਦੇ ਲਗਭਗ, ਜੋ ਮੈਂ ਅਖਬਾਰਾਂ ਮੁਤਾਬਕ ਦੇਖਿਆ ਹੈ, 30 ਦੇ ਨੇੜੇ ਤੇੜੇ ਇਸ ਤਰ੍ਹਾਂ ਦੇ ਬਾਗੀ ਕੈਂਡੀਡੇਟ ਹੋਣਗੇ ਸਾਰੀਆਂ ਪਾਰਟੀਆਂ ਦੇ, ਜਿਹੜੇ 10,000 8,000 ਵੋਟ ਲਿਜਾਣ ਦੇ ਲੱਗ ਰਿਹਾ ਹੈ ਕਿ ਯੋਗ ਹੋਣਗੇ। ਮੇਰਾ ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਉਹ ਵੀ ਬਰਾਬਰ ਦੀ ਧਿਰ ਬਣ ਜਾਣਗੇ ਤੇ ਪਤਾ ਨਹੀਂ ਕਿਹਦਾ ਕਿੰਨਾ ਨੁਕਸਾਨ ਕਰਨਗੇ। ਸੋ ਮੋਟੇ ਰੂਪ 'ਚ ਇਸ ਕਿਸਮ ਨਾਲ ਜੇ ਆਪਾਂ ਗੱਲ ਕਹੀਏ ਕਿ ਪੰਜ ਜਿਹੜੀਆਂ ਧਿਰਾਂ ਨੇ, ਪੰਜ ਕੋਨਾ ਮੁਕਾਬਲਾ ਸਾਰੀਆਂ ਸੀਟਾਂ ਤੇ, ਅਤੇ ਕਿਸੇ ਕਿਸੇ ਸੀਟ ਤੇ 6 ਕੋਨਾ ਮੁਕਾਬਲਾ ਵੀ ਦੇਖਣ ਨੂੰ ਮਿਲ ਸਕਦਾ ਹੈ। ਹਾਲੇ ਤੱਕ ਇਹ ਸਥਿਤੀ ਸਾਹਮਣੇ ਦਿਖਾਈ ਦੇ ਰਹੀ ਹੈ। ਜੇ ਆਪਾਂ ਇਸ ਦਾ ਮੁਲਾਂਕਣ, ਵਿਸ਼ਲੇਸ਼ਣ ਉਹਦੇ ਮੁਤਾਬਕ ਕਰੀਏ, ਪਾਰਟੀਆਂ ਦੀ ਪੋਜੀਸ਼ਨ ਮੁਤਾਬਕ, ਉਹ ਇਹ ਬਣਦਾ ਹੈ, ਕੁਝ ਕੁ ਸਰਵੇ ਆਏ ਨੇ, ਉਹਨਾਂ ਨੇ ਕੁਛ ਦਿਖਾਇਆ ਹੈ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਆਪਾਂ ਭਵਿੱਖਬਾਣੀ ਕਰਦੇ ਹਾਂ, ਦੋ ਹੀ ਤਰੀਕੇ ਨੇ ਰਿਸਰਚ ਦੇ, ਕਾਫੀ ਸਾਰੇ ਮੈਥਡ ਨੇ। ਉਹ ਮੈਥਡਸ ਦੇ ਵਿੱਚ ਦੋ ਤਰੀਕੇ, ਕਿ ਇੱਕ ਤਾਂ ਹੁਣ ਦੀ ਕਰੰਟ ਆਪਾਂ ਉਹਨਾਂ ਦੀ ਪਰਸੈਪਸ਼ਨ ਸਟੱਡੀ ਕਰ ਲੈਂਦੇ ਹਾਂ ਸਰਵੇ ਕਰਕੇ ਕਿ ਲੋਕ ਕੀ ਚਾਹੁੰਦੇ ਨੇ, ਜਾਂ ਕੁਝ ਸਵਾਲ ਪੁੱਛ ਲੈਂਦੇ ਹਾਂ ਕਿ ਕੌਣ ਮੁੱਖ ਮੰਤਰੀ ਹਰਮਨ ਪਿਆਰਾ ਹੈ, ਇੱਥੋਂ ਕੋਈ ਅੰਦਾਜ਼ੇ ਲਾ ਜਾ ਸਕਦੇ ਨੇ, ਜਾਂ ਸਾਡੇ ਕੋਲ ਪਿਛਲਾ ਡਾਟਾ ਜਿਹੜਾ ਹੁੰਦਾ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਪਾਰਲੀਮੈਂਟ ਦੀ ਜਾਂ ਅਸੈਂਬਲੀ ਦੀ ਪਰਸੈਂਟੇਜ ਆਫ ਵੋਟ ਹੈ ਜਿਹੜੀ, ਉਹਦਾ ਲਗਭਗ ਕੀ ਪੈਟਰਨ ਰਿਹਾ, ਤੇ ਉਹਦੇ ਵਿੱਚੋਂ ਕੁਛ ਜੱਜਮੈਂਟ ਕਰਕੇ ਕਿ ਇਸ ਵਾਰ ਤਬਦੀਲੀ ਕਿੰਨੀ ਕੁ ਹੋ ਸਕਦੀ ਹੈ, ਉਹਦੇ ਨਾਲ ਕਿਸੇ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ। ਪਰੰਤੂ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਹੈ, ਪਹਿਲਾਂ ਆਪਾਂ ਬਾਰ-ਬਾਰ ਇਹ ਗੱਲ ਕਹਿੰਦੇ ਤੇ ਕਿ ਅਜੇ ਸਥਿਤੀ ਸਾਫ਼ ਨਹੀਂ ਹੈ, ਪਰ ਪਹਿਲਾਂ ਨਾਲੋਂ ਹੁਣ ਸਥਿਤੀ ਬਹੁਤ ਸਾਫ਼ ਹੈ। ਪਰੰਤੂ ਜਿਹੜਿਆਂ ਨੇ ਸਰਵੇ ਕੀਤੇ ਨੇ, ਉਹਨਾਂ ਨੇ ਬਹੁਤ ਵਿਸ਼ਵਾਸਯੋਗ ਮੈਥਡੋਲੋਜੀ ਜਿਹੜੀ ਹੈ ਨਾ, ਪ੍ਰਕਿਰਿਆ ਜਿਹੜੀ, ਉਹ ਨਹੀਂ ਦਰਸਾਈ ਕਿ ਅਸੀਂ ਸਰਵੇ ਕਿਸ ਤਰ੍ਹਾਂ ਕੀਤੇ ਨੇ, ਸਾਨੂੰ ਕੀ ਦਿੱਕਤਾਂ ਆਈਆਂ, ਇਹਦੇ ਵਿੱਚ ਕਿੱਥੇ ਕਿੱਥੇ ਐਰਰ ਹੋ ਸਕਦੇ ਨੇ, ਜਿਹਦੇ ਵਿੱਚ ਸਹੀ ਅੰਦਾਜ਼ਾ ਲੱਗ ਸਕੇ। ਪਰ ਫਿਰ ਵੀ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ ਜੀ ਇੰਨੇ ਲੋਕਾਂ ਦਾ ਸਰਵੇ ਕੀਤਾ, ਇੰਨੇ ਲੋਕਾਂ ਦਾ ਸਰਵੇ ਕੀਤਾ। ਜਦੋਂ ਉਹ ਸਰਵੇ ਕੀਤਾ, ਕੀ ਸਾਰੀਆਂ ਧਿਰਾਂ ਦੇ ਕੈਂਡੀਡੇਟ ਖੜੇ ਕਰਤੇ ਸੀ? ਸਾਰੇ ਜਿਹੜੇ, ਜੇ ਆਪਾਂ ਕਹੀਏ ਕਿ ਸਾਰੇ ਅਲਟਰਨੇਟਿਵ ਜਿਹੜੇ ਬਦਲ ਨੇ, ਉਹਨਾਂ ਨੂੰ ਦੱਸੇ ਗਏ? ਕਈ ਵਾਰੀ ਸਰਵੇ ਹੁੰਦਾ ਨਾ ਕਿ ਹੱਲ ਦੀ ਘੜੀ 4 ਜਿਹੜੀਆਂ ਜਾਂ 3 ਪਾਰਟੀਆਂ ਕੰਪੀਟੀਸ਼ਨ 'ਚ ਨੇ, ਕਿਸਾਨ ਜਾਂ ਅਮਰਿੰਦਰ ਸਿੰਘ BJP ਤੇ ਢੀਂਡਸਾ ਸਾਹਿਬ ਦਾ ਜਿਹੜਾ ਇੱਕ ਗਠਬੰਧਨ ਬਣਿਆ, ਉਹਦੇ ਕੈਂਡੀਡੇਟ ਸਾਹਮਣੇ ਨਹੀਂ। ਉੱਥੇ ਜਿੰਨੀ ਦੇਰ ਉਹ ਅਲਟਰਨੇਟਿਵ ਨਹੀਂ, ਉਸ ਕਿਸਮ ਨਾਲ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ ਕਿ ਕਿੰਨੀਆਂ ਕੁ ਵੋਟਾਂ ਕਿਹੜੇ ਪਾਸੇ ਜਾਣਗੀਆਂ। ਪਰੰਤੂ ਹੁਣ ਲਗਭਗ ਸਾਰੀਆਂ ਸੀਟਾਂ 'ਤੇ ਐਲਾਨ ਹੋ ਚੁੱਕਿਆ। ਕਿਸੇ ਵਜ੍ਹਾ ਨਾਲ ਕਿਸੇ ਇੱਕੜ ਦੁੱਕੜ ਸੀਟ 'ਤੇ ਕੁਛ ਪ੍ਰੋਬਲਮ ਆ ਜੇ, ਉਹ ਮੈਂ ਕਹਿ ਨਹੀਂ ਸਕਦਾ। ਸਿਰਫ ਇੱਕ ਦਿੱਕਤ ਅਜੇ ਹੈ ਜਿਹਦੇ ਉਹਦਾ ਵੀ ਅੰਦਾਜ਼ਾ ਲਾਉਣਾ ਅਜੇ ਰਹਿੰਦਾ ਹੈ, ਉਹ ਅਜੇ ਕਿਸੇ ਦੇ ਸਮਝ 'ਚ ਨਹੀਂ ਆਊਗਾ। ਉਹ ਲਾਸਟ ਨੋਮੀਨੇਸ਼ਨ ਮੇਰਾ ਖਿਆਲ 31 ਤਰੀਕ ਹੈ ਜੀ, 31 ਨੂੰ ਲਾਸਟ ਨੋਮੀਨੇਸ਼ਨ ਆ ਜਾਣਗੇ। ਉਹ ਵਿਡਰਾਲ ਤੋਂ ਪਤਾ ਲੱਗੂਗਾ। ਜਿਹੜੇ ਮੈਂ ਅੰਦਾਜ਼ਾ ਲਾਉਣਾ ਕਿ 30 ਬਾਗੀ ਕੈਂਡੀਡੇਟ ਹੋਣਗੇ, ਭਾਵੇਂ ਉਹ ਆਪ ਪਾਰਟੀ ਦੇ ਹੋਣ, ਭਾਵੇਂ ਉਹ ਕਾਂਗਰਸ ਦੇ ਹੋਣ, ਭਾਵੇਂ ਉਹ ਅਕਾਲੀਆਂ ਦੇ ਹੋਣ, ਭਾਵੇਂ ਉਹ ਇੱਕੜ ਦੁੱਕੜ ਕਿਸਾਨ ਮੋਰਚੇ ਦਾ ਵੀ ਹੋ ਸਕਦਾ ਕਿਤੇ। ਸੋ ਉਸ ਦੇ ਵਿੱਚ
ਜਦੋਂ ਉਹਨਾਂ ਦੀ ਸਥਿਤੀ ਪੋਜੀਸ਼ਨ ਸਾਹਮਣੇ ਆ ਜੂਗੀ ਤਾਂ ਹੋਰ ਵੱਧ ਕਲੀਅਰ ਹੋ ਜਾਊਗਾ। ਜੇ ਆਪਾਂ ਕਹੀਏ ਬਹੁਤ ਸਾਰਾ ਕੁਝ ਕਲੀਅਰ ਹੋ ਗਿਆ, ਉਸ ਕਲੀਅਰੈਂਸ ਤੋਂ ਜਿਹੜਾ ਸਾਫ਼ ਹੋਇਆ ਸਾਰਾ ਕੁਝ, ਉਹਦੇ ਵਿੱਚੋਂ ਇੱਕ ਗੱਲ ਸਾਹਮਣੇ ਪ੍ਰਤੱਖ ਦਿਖਾਈ ਦੇ ਰਹੀ ਹੈ ਕਿ ਕਾਂਗਰਸ, ਅਕਾਲੀ ਦਲ ਤੇ ਆਪ ਦੇ ਵਿੱਚ ਕਰੜੀ ਟੱਕਰ ਦਿਖਾਈ ਦੇ ਰਹੀ ਹੈ। ਇਹਦੇ ਵਿੱਚੋਂ ਕਿਸੇ ਨੂੰ ਵੀ ਇਹ ਕਹਿਣਾ ਕਿ ਇਹ ਰੇਸ 'ਚ ਨਹੀਂ ਹੈ, ਮੈਨੂੰ ਲੱਗਦਾ ਅੱਜ ਦੀ ਘੜੀ ਇਹ ਜ਼ਿਆਦਤੀ ਹੋਏਗੀ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੀ ਗੱਲ ਪਹਿਲਾਂ ਲੱਗ ਰਹੀ ਸੀ ਕਿ ਆਪ ਥੋੜਾ ਅੱਗੇ ਹੈ, ਅਕਾਲੀ ਦਲ ਥੋੜਾ ਪਿੱਛੇ ਹੈ, ਹੁਣ ਵੀ ਹੋ ਸਕਦਾ ਹੈ। ਜੇ ਆਪਾਂ ਕਹੀਏ ਕਿ ਇੱਕ ਪਾਰਟੀ 40 ਸੀਟਾਂ ਜਿੱਤ ਜੇ, ਇੱਕ 25 ਜਿੱਤ ਜੇ, ਦੋਨਾਂ 'ਚ ਫਰਕ ਬਹੁਤ ਹੈ। ਪਰੰਤੂ ਇਹ ਗੱਲ ਐਂ ਲੱਗ ਰਿਹਾ ਹੁਣ ਕਿ ਸਰਕਾਰ ਜਿਹਦੀ ਮਰਜ਼ੀ ਬਣੇ, ਇਹਨਾਂ ਤਿੰਨੇ ਪਾਰਟੀਆਂ ਦੇ ਰੋਲ ਨੂੰ ਅੱਖੋਂ ਓਲੇ ਨਹੀਂ ਕੀਤਾ ਜਾਏਗਾ। ਅੱਜ ਦੀ ਘੜੀ ਇਹ ਲੱਗ ਰਿਹਾ ਹੈ ਕਿ ਕਿਸੇ ਵੀ ਇਹਨਾਂ ਤਿੰਨਾਂ ਚੋਂ ਦੋ ਪਾਰਟੀਆਂ ਦੀ ਗੱਠਜੋੜ ਤੋਂ ਬਿਨਾਂ ਸ਼ਾਇਦ ਸਰਕਾਰ ਨਾ ਬਣੇ। ਇਸ ਤਰ੍ਹਾਂ ਦੀ ਪੋਜੀਸ਼ਨ ਮਰਜ ਹੋ ਰਹੀ ਹੈ। ਹਾਲੇ ਹੁਣ ਇਹ ਲੱਗ ਰਿਹਾ ਅੱਜ ਦੀ ਸਥਿਤੀ 'ਚ ਜੇਕਰ ਕੱਲਿਆਂ ਦੀ ਸਰਕਾਰ ਬਣੇ ਜੀ ਤਾਂ ਕੋਈ ਕਿਸਾਨਾਂ ਦੀ ਜਾਂ ਕਿਧਰੇ ਉਰਾਂ ਤੋਂ ਕੁਝ ਥੋੜੀ ਬਹੁਤੀ ਮਦਦ ਲੈਣ ਦੀ ਸ਼ਾਇਦ ਲੋੜ ਪਵੇ ਤਾਂ ਕਾਂਗਰਸ ਸ਼ਾਇਦ ਨੇੜੇ ਲੱਗ ਜਾਵੇ ਕੱਲੇ ਸਰਕਾਰ ਬਣਾਉਣ ਦੇ। ਪਰੰਤੂ ਦੂਜੀਆਂ ਪਾਰਟੀਆਂ ਤੋਂ ਮੈਨੂੰ ਇਹ ਲੱਗ ਰਿਹਾ ਜਿਹਦੇ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਇਹ ਆਪਣੀ ਜੱਜਮੈਂਟ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਸਾਇੰਟੀਫਿਕ ਆਪਾਂ ਜੇ ਕਹੀਏ ਕਿ ਅਨੁਮਾਨ ਨੇ ਇਹ, ਜਾਂ ਆਪਾਂ ਕਹੀਏ ਕਿ ਕਿਸੇ ਮੈਥਡੋਲੋਜੀ ਨਾਲ ਸਰਵੇ ਕਰਕੇ ਇਸ ਅਨੁਮਾਨ ਤੇ ਪਹੁੰਚਿਆ, ਉਹ ਨਹੀਂ। ਜੱਜਮੈਂਟ ਇਹ ਦਿਖਾਈ ਦੇ ਰਹੀ ਹੈ ਕਿ ਇਹਨਾਂ ਤਿੰਨੇ ਪਾਰਟੀਆਂ 'ਚੋਂ ਹੋ ਸਕਦਾ ਹੈ ਹੰਗ ਅਸੈਂਬਲੀ ਵੱਲ ਜੇ ਗੱਲ ਵੱਧ ਗਈ ਤਾਂ ਇਹਨਾਂ ਤਿੰਨਾਂ 'ਚੋਂ ਕਿਸੇ ਦੋ ਨੂੰ ਇਕੱਠੀਆਂ ਹੋਣਾ ਪਵੇ। ਔਰ ਉਹ ਦੋ ਇਕੱਠੀਆਂ ਹੋਣ ਦੀ ਇੱਕ ਗੱਲ ਸਾਫ਼ ਦਿਖਾਈ ਦੇ ਰਹੀ ਹੈ ਕਿ ਕਾਂਗਰਸ ਤੇ ਅਕਾਲੀ ਨਹੀਂ ਜੁੜਨਗੇ। ਹੋ ਸਕਦਾ ਹੈ ਆਪ ਇਹਨਾਂ ਦੋਨਾਂ 'ਚੋਂ ਕਿਸੇ ਨਾਲ ਵੀ ਤਾਲਮੇਲ ਕਰ ਲਏ, ਪਰ ਇਹ ਬਹੁਤ ਹੀ ਜਿਹੜੀ ਸਟੇਟਮੈਂਟ ਹੈ ਅਜੇ ਬਹੁਤ ਮੁੱਢਲੀ ਸਟੇਜ ਤੇ ਹੈ, ਕਿਉਂਕਿ ਹਾਲਾਤ ਇਹ ਵੀ ਹੋ ਸਕਦੇ ਹੁੰਦੇ ਨੇ ਮੌਕੇ ਤੇ ਕਿ ਭੰਨ ਤੋੜ ਹੀ ਹੋ ਜੇ ਕਿਸੇ ਇੱਕ ਜਿਹੜੀ ਸਭ ਤੋਂ ਹੇਠਾਂ ਪਾਰਟੀ ਰਹਿ ਜੇ, ਚਾਹੇ ਉਹ ਆਪ ਰਹਿ ਜੇ ਚਾਹੇ ਅਕਾਲੀ ਦਲ ਰਹਿ ਜੇ। ਜੇਕਰ ਉਹ ਇੱਦਾਂ ਹੋਈ ਤਾਂ ਪਿਛਲਾ ਜਿਹੜਾ ਵਤੀਰਾ ਹੈ ਆਪ ਦਾ, ਉਹਦੇ ਵਿੱਚੋਂ ਇਹ ਵੀ ਜੱਜ ਕੀਤਾ ਜਾ ਸਕਦਾ ਹੈ ਕਿ ਦੋ ਧੜੇ ਬਣ ਜਾਣ, ਇੱਕ ਇੱਧਰ ਨੂੰ ਸਪੋਰਟ ਕਰਨਾ ਚਾਹੇ, ਇੱਕ ਇੱਧਰ ਨੂੰ ਸਪੋਰਟ ਕਰਨਾ ਚਾਹੇ। ਸੋ ਇਸ ਕਰਕੇ ਇਸ ਕਿਸਮ ਨਾਲ ਨਾ ਜਿਹਨੂੰ ਆਪਾਂ ਕਹੀਏ ਵੀ ਬਿਲਕੁਲ ਸਥਿਤੀ ਇੱਦਾਂ ਸਾਫ਼ ਹੋ ਗਈ ਕਿ ਕਿਹੜੀ ਪਾਰਟੀ ਆ ਰਹੀ ਹੈ, ਉਹ ਸਥਿਤੀ ਸਾਫ਼ ਇਸ ਵਾਰ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਅੰਦਾਜ਼ੇ ਇਹ ਨੇ, ਹਾਂ ਜਿੱਥੋਂ ਤੱਕ ਲੱਗ ਰਿਹਾ ਸੀ ਸਟਾਰਟ ਤੇ ਕਿਸਾਨਾਂ ਤੇ ਜਿਹੜਾ ਉਸ ਧੜੇ ਵੱਲੋਂ ਇੱਕ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ, ਉਹ ਮੋਰਚੇ ਦਾ ਜਿਹੜਾ ਲੱਗ ਰਿਹਾ ਸੀ ਕਿ ਇਹ ਬਿਲਕੁਲ ਹੀ ਕਿਤੇ ਥੱਲੇ ਰਹਿ ਜਾਏਗਾ। ਹਾਲੇ ਤੱਕ ਉਹਨਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ। ਵਿਰੋਧੀ ਉਹਨਾਂ ਨੂੰ ਇਹ ਪ੍ਰਚਾਰ ਕਰ ਰਹੇ ਨੇ ਕਿ ਇਹਨਾਂ ਕੋਲੇ ਤੇ ਚੋਣ ਨਿਸ਼ਾਨ ਵੀ ਨਹੀਂ ਜੀ, ਹਾਲੇ ਇਹਨਾਂ ਦੀ ਪਾਰਟੀ ਵੀ ਰਜਿਸਟ੍ਰੇਸ਼ਨ ਨਹੀਂ ਹੋਈ। ਇਹ ਭਾਵੇਂ ਹੋਈ ਜਾਂ ਨਹੀਂ ਹੋਈ, ਪਰ ਜਦੋਂ ਹਲਕਿਆਂ 'ਚ ਜਾ ਕੇ ਦੇਖਿਆ ਲੋਕਾਂ ਦੇ ਵਿੱਚ ਮੋਬਿਲਾਈਜੇਸ਼ਨ ਹੈ, ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਜੋਸ਼ ਹੈ ਜਿਹੜੇ ਉਧਰ ਨੂੰ ਵੋਟ ਪਾਉਣ ਲਈ ਝੁਕੇ ਹੋਏ ਨੇ। ਇਸ ਤੋਂ ਬਿਨਾਂ ਵੱਖ-ਵੱਖ ਹਲਕਿਆਂ 'ਚ ਮੈਂ ਖੁਦ ਜਾ ਕੇ ਦੇਖਿਆ, ਉਹ ਇਹ ਹੈ ਕਿ ਅਜੀਬ ਜੀ ਕੰਮ ਹੈ। ਅੰਦਾਜ਼ਾ ਉੱਥੇ ਜਾ ਕੇ ਲੱਗਦਾ ਹਲਕੇ 'ਚ ਕਿ ਜਿਹੜੇ ਇਹਨਾਂ 'ਚੋਂ ਪਾਰਟੀਆਂ ਕਿਸੇ ਇੱਕ ਪਾਰਟੀ ਤੇ ਹਮਲਾ ਵੱਧ ਕਰ ਰਹੀਆਂ ਨੇ, ਉੱਥੋਂ ਲੱਗਦਾ ਹੁੰਦਾ ਕਿ ਉਹ ਪਾਰਟੀ ਹੋਂਦ 'ਚ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਸਾਰੇ ਇੱਕ ਦੂਜੇ ਤੇ ਹਮਲਾ ਕਰਦੇ ਨੇ। ਉਹਦੇ ਵਿੱਚੋਂ ਜਿਹੜਾ ਮੇਨ ਹਮਲਾ ਹੈ, ਜਿਹੜੇ ਹਮਲਾ ਪਾਰਟੀਆਂ ਵੱਲੋਂ, ਲੋਕਾਂ ਵੱਲੋਂ ਜੋ ਮਰਜ਼ੀ, ਹੁਣ ਪਾਰਟੀਆਂ ਵੱਲੋਂ ਮੁੱਦੇ ਦਿੱਤੇ ਜਾ ਰਹੇ ਨੇ ਕਿ ਜੀ ਆਪ ਪਾਰਟੀ ਹੈ ਜਿਹੜੀ ਇਹ ਕੇਜਰੀਵਾਲ ਵੱਲੋਂ ਚਲਾਈ ਜਾਏਗੀ ਦਿੱਲੀ ਤੋਂ, ਇਹ ਪੰਜਾਬ ਦੇ ਹਿੱਤਾਂ ਨੂੰ ਨਹੀਂ ਸੰਭਾਲ ਸਕੂਗੀ, ਉਹਨਾਂ ਦੇ ਹਿੱਤਾਂ ਨੂੰ ਬਿਲਕੁਲ ਵੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਉਹਨਾਂ ਦਾ ਪੱਖ ਨਹੀਂ ਪੂਰ ਸਕੂਗੀ। ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਇਸ਼ੂ ਹੈ ਜਿਹੜਾ, ਬਾਕੀ ਪਾਰਟੀਆਂ ਇਹਨੂੰ ਚੱਕਣ ਜਾਂ ਨਾ ਚੱਕਣ, ਪਰ ਜਿੱਥੇ ਜਿੱਥੇ ਮਾਨ ਦਲ ਦੇ ਕੈਂਡੀਡੇਟ ਨੇ ਉਹ ਇਸ ਨੂੰ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਚੱਕ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਵੀ ਚੱਕ ਰਿਹਾ ਜਿੱਥੇ, ਹਾਂ ਸ਼੍ਰੋਮਣੀ ਅਕਾਲੀ ਦਲ ਵੀ ਚੱਕ ਰਿਹਾ ਹੈ। ਜਿੱਥੇ ਜਿੱਥੇ ਮਾਨ ਦਲ ਦੇ ਕੈਂਡੀਡੇਟ ਨੇ, ਦੂਜੀਆਂ ਪਾਰਟੀਆਂ ਨੂੰ ਡਰ ਲੱਗਦਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬੀਜੇਪੀ ਹੋਵੇ,
ਚਾਹੇ ਉਹ ਈਵਨ ਕਿਸਾਨ ਮੋਰਚਾ ਵੀ ਹੋਵੇ, ਉਹਨਾਂ ਨੂੰ ਡਰ ਲੱਗਦਾ ਹੈ ਕਿ ਇਹ ਮੁੱਦੇ ਚੱਕਣ ਤੇ ਕਿਤੇ ਹਿੰਦੂ ਵੋਟ ਨਾਰਾਜ਼ ਨਾ ਹੋ ਜਾਵੇ। ਪਰੰਤੂ ਮਾਨ ਦਲ ਕਿਸੇ ਵੀ ਇੱਕ ਅੱਧ ਸੀਟ ਛੱਡ ਕੇ ਕਿਤੇ ਵੀ ਉਹ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਹੈਗੇ। ਸਿਰਫ ਇੱਕ ਚਰਚਾ 'ਚ ਹੈ ਕਿ ਸ਼ਾਇਦ ਅਮਰਗੜ੍ਹ ਤੋਂ ਸਿਮਰਜੀਤ ਸਿੰਘ ਮਾਨ ਅੱਛੀ ਪੋਜੀਸ਼ਨ ਬਣਾਏ ਹੋਏ ਨੇ, ਜਿੱਤਣ ਵਾਲੇ ਭਾਵੇਂ ਨਹੀਂ ਪਰ ਉਹ ਕੰਪੀਟੀਸ਼ਨ 'ਚ ਨੇ। ਜਿਵੇਂ ਹੋਰ ਕਿਤੇ ਆਪਾਂ ਅਜੇ ਕਹਿ ਨਹੀਂ ਰਹੇ ਕਿ ਮਾਨ ਦਲ ਕਿਤੇ ਕੰਪੀਟੀਸ਼ਨ 'ਚ ਹੈ, ਪਰ ਉੱਥੇ ਕਿਹਾ ਜਾ ਰਿਹਾ ਉਹ ਇਸ ਕਰਕੇ ਕਿਹਾ ਜਾ ਰਿਹਾ, ਇਹ ਨਹੀਂ ਕਿ ਮੈਂ ਕੁਝ ਦੇਖ ਕੇ ਆਇਆ, ਉਹ ਇਸ ਕਰਕੇ ਕਿਹਾ ਜਾ ਰਿਹਾ ਕਿ ਜਦੋਂ ਉਹ ਬਾਰ-ਬਾਰ ਮੈਂਬਰ ਪਾਰਲੀਮੈਂਟ ਲੜੇ ਨੇ ਸੰਗਰੂਰ ਤੋਂ, ਉਦੋਂ ਉਹਨਾਂ ਨੂੰ ਅਮਰਗੜ੍ਹ ਤੋਂ ਬਹੁਤ ਅੱਛਾ ਰਿਸਪੌਂਸ ਆਇਆ ਹੈ। ਇੱਕ ਅਮਰਗੜ੍ਹ ਹਲਕੇ ਦੇ ਵਿੱਚ ਵੀ ਕੁਝ ਮੁਸਲਿਮ ਵੋਟ ਹੈ, ਉਹ ਜਿਹੜੀ ਮੁਸਲਿਮ ਵੋਟ ਹੈ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਬਹੁਤ ਹੱਕ 'ਚ ਬੋਲਦੇ ਨੇ, ਉਹ ਉਲਾਰ ਹੋ ਕੇ ਉਹਨਾਂ ਨੂੰ ਪੈ ਜਾਂਦੀ ਆ। ਉਹਦੇ ਆਹ ਕਾਰਨ ਨੇ ਜਿਹੜੇ ਮੈਂ ਤੁਹਾਨੂੰ ਦੱਸਦਾ। ਆਮ ਬੰਦੇ ਨੂੰ ਭਾਵੇਂ ਲੱਗਦਾ ਹੈ ਕਿ ਅਮਰਗੜ੍ਹ ਤਾਂ ਜੀ ਮਤਲਬ ਦਿਹਾਤੀ ਸੀਟ ਹੈ, ਪਰ ਜਿਹੜੇ ਮਲੇਰਕੋਟਲੇ ਦੇ ਆਲੇ ਦੁਆਲੇ ਦੇ ਪਿੰਡ ਨੇ ਉੱਥੇ ਅੱਜ ਵੀ ਮੁਸਲਿਮ ਆਬਾਦੀ ਹੈਗੀ ਆ ਥੋੜੀ ਬਹੁਤ, ਸੋ ਉਹ ਵੋਟ ਉਲਾਰ ਹੋ ਕੇ ਪੈ ਜਾਂਦੀ ਹੈ, ਇਸ ਕਰਕੇ ਉਹ ਕਿਤੇ ਹੈਗੇ। ਤੇ ਉਹ ਸਿਮਰਨਜੀਤ ਮਾਨ ਦਾ ਜਿਹੜਾ ਧੜਾ ਹੈ ਉਹ ਅਕਾਲੀਆਂ ਤੇ ਵੀ ਬਹੁਤ ਤਕੜਾ ਹਮਲਾ ਬੋਲਦਾ ਹੈ ਬੇਅਦਬੀ ਦੇ ਇਸ਼ੂ ਨੂੰ ਲੈ ਕੇ, ਤੇ ਉਸ ਦਾ ਵੀ ਹਰ ਥਾਂ ਤੇ ਜਿੱਥੇ ਉਹ ਬੋਲਦੇ ਨੇ ਅਕਾਲੀਆਂ ਕੋਲ ਬਹੁਤਾ ਕੋਈ ਜਵਾਬ ਨਹੀਂ, ਤੇ ਇਹ ਬਹੁਤ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਹੈ, ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਉਹਦਾ ਅਕਾਲੀ ਦਲ ਕੋਲ ਕੋਈ ਬਹੁਤ ਜ਼ਿਆਦਾ ਜਵਾਬ ਨਹੀਂ ਹੈਗਾ। ਸੋ ਇਹ ਨਵਾਂ ਪੈਂਤੜਾ ਚੰਨੀ ਨੂੰ ਭਾਵੇਂ ਜੋ ਮਰਜ਼ੀ ਕਹਿਣ, ਮੁੱਖ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਨੇ, ਉਹਨਾਂ ਨੂੰ ਜੋ ਮਰਜ਼ੀ ਆਮ ਆਦਮੀ ਵਾਲੇ ਕਹਿਣ, ਅਕਾਲੀ ਦਲ ਕਵੇ ਕਿ ਜੀ ਉਹ ਸੀਟ ਤੋਂ ਹਾਰ ਰਹੇ ਨੇ ਇਸ ਕਰਕੇ ਦੂਜੀ ਸੀਟ ਤੇ ਆ ਰਹੇ ਨੇ, ਬਿਲਕੁਲ ਨਹੀਂ। ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਹ ਲੱਗਿਆ ਹੋਏਗਾ ਕਿ ਸੰਗਰੂਰ ਦੇ ਵਿੱਚ ਜੇਕਰ ਆਪਾਂ ਚਰਨਜੀਤ ਚੰਨੀ ਨੂੰ ਇੱਕ ਇਲੈਕਸ਼ਨ ਲੜਾਵਾਂਗੇ, ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਇਹ ਪ੍ਰਭਾਵ ਦੇਣ ਲਈ ਕਿ ਮੁੱਖ ਮੰਤਰੀ ਤੁਹਾਡੇ ਜ਼ਿਲ੍ਹੇ 'ਚੋਂ ਲੜ ਰਹੇ ਨੇ, ਜਿਹੜਾ ਪ੍ਰਭਾਵ ਭਗਵੰਤ ਮਾਨ ਦੇ ਰਿਹਾ ਹੈ, ਇਹ ਉਸ ਨੂੰ ਕਾਊਂਟਰ ਕਰਨ ਲਈ, ਉਹਦੀ ਦਲੀਲ ਨੂੰ ਛੋਟਾ ਕਰਨ ਲਈ, ਆਪਦੀ ਦਲੀਲ ਵੱਡੀ ਕਰਨ ਲਈ, ਮੇਰੇ ਖਿਆਲ 'ਚ ਇਹ ਪੈਂਤੜਾ ਜਿਹੜਾ ਇਸ ਕਿਸਮ ਦਾ ਹੈ ਤਾਂ ਕਿ ਬਰਾਬਰ ਇਸ ਤਰ੍ਹਾਂ ਪੋਜੀਸ਼ਨ ਖੜੀ ਕੀਤੀ ਜਾਵੇ। ਔਰ ਦੂਸਰਾ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਪੂਰੇ ਪੰਜਾਬ 'ਚ ਚਰਨਜੀਤ ਚੰਨੀ ਨੂੰ 2 ਸੀਟਾਂ ਤੇ ਲੜਾ ਕੇ ਇਸ ਕਰਕੇ ਵੀ ਉਭਾਰਿਆ ਗਿਆ ਹੈ, ਸ਼ਾਇਦ ਕਾਂਗਰਸ ਅਨਾਉਂਸ ਕਰਨ ਤੋਂ ਟਲ ਰਹੀ ਹੈ, ਪਰ ਦਿਖਾਵੇ 'ਚ ਇਹ ਦਿਖਾਇਆ ਜਾਵੇ ਕਿ ਸਭ ਤੋਂ ਪ੍ਰਭਾਵੀ ਲੀਡਰ ਇਹ ਨੇ ਤੇ ਆਉਣ ਵਾਲੇ ਮੁੱਖ ਮੰਤਰੀ ਦਾ ਚਿਹਰਾ ਬਿਨਾਂ ਐਲਾਨੇ, ਜੇ ਤਾਂ ਐਲਾਨ ਹੀ ਕਰ ਦੇਣ ਫਿਰ ਤਾਂ ਗੱਲ ਮੁੱਕ ਜਾਊਗੀ, ਤਾਂ ਕਿ ਪਰਸੈਪਸ਼ਨ ਇਹ ਬਣਾਈ ਜਾਵੇ, ਸੰਕੇਤ ਦੇਣਾ ਚਾਹੁੰਦੇ ਨੇ ਜਿਹਦੇ ਨਾਲ ਜਿਹੜੀ ਸ਼ਡਿਊਲ ਕਾਸਟ ਵੋਟ ਹੈ ਉਹ ਇੱਕ ਪਾਸੜ ਇਹਨਾਂ ਵੱਲ ਨੂੰ ਉਲਾਰ ਹੋ ਜਾਏ, ਕਿ ਉਹਨਾਂ ਨੂੰ ਲੱਗੇ ਮੁੱਖ ਮੰਤਰੀ ਬਣਾਉਣਗੇ ਇਸ ਕਰਕੇ 2 ਸੀਟਾਂ ਤੇ ਲੜਾ ਰਹੇ ਨੇ। ਦੇਖੋ ਇਹ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ, ਯੂਪੀ ਵਿੱਚ ਵੀ ਇਹੀ ਹੋਇਆ ਨਾ ਕਿ ਕਿਸੇ ਸਮੇਂ ਯੂਪੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਬਣਦੇ ਹੁੰਦੇ ਸੀ ਉਹ ਸਾਰੇ ਬ੍ਰਾਹਮਣ ਜਾਤੀ ਤੋਂ ਆਉਂਦੇ ਸੀ, ਚਾਹੇ ਉਹ ਪੰਤ ਹੋਣ, ਚਾਹੇ ਉਹ ਨਰਾਇਣ ਦੱਤ ਤਿਵਾੜੀ ਹੋਵੇ, ਚਾਹੇ HN ਬਹੁਗੁਣਾ ਹੋਵੇ, ਇਹ ਮੁੱਖ ਮੰਤਰੀ ਉਸ ਜਾਤੀ ਚੋਂ ਆਉਂਦੇ ਰਹੇ ਨੇ, ਉੱਚ ਜਾਤੀਆਂ ਚੋਂ। ਪਰੰਤੂ ਜਿਉਂ ਹੀ ਮੁਲਾਇਮ ਸਿੰਘ ਤੇ ਮਾਇਆਵਤੀ ਦਾ ਪੀਰੀਅਡ ਜਦੋਂ ਆਉਂਦਾ ਹੈ, ਫਿਰ ਉੱਥੇ ਮੁੱਖ ਮੰਤਰੀ OBC ਤੋਂ ਆਉਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੁਣ ਤੱਕ ਜੱਟ ਸਿੱਖ ਜਾਤੀ ਨੂੰ ਛੱਡ ਕੇ ਇੱਕੋ ਹੀ ਮੁੱਖ ਮੰਤਰੀ ਆਏ ਨੇ, ਗਿਆਨੀ ਜੈਲ ਸਿੰਘ, ਉਹ ਰਾਮਗੜੀਆ ਸਿੱਖ ਸੀਗੇ। ਇਸ ਕਰਕੇ ਇਹ ਬਹੁਤ ਹਾਵੀ ਰਿਹਾ, ਔਰ ਇਹ ਵੀ ਕਿਤੇ ਪੱਤਾ ਖੇਡਿਆ ਜਾ ਸਕਦਾ ਹੈ ਕਿ ਜੇਕਰ ਜਿਹਨੂੰ ਜੱਟ ਸਿੱਖ ਕਹਿੰਦੇ ਹਾਂ ਅਸੀਂ, ਜੇ ਉਹਨਾਂ ਦੀ ਆਬਾਦੀ 18-20% ਹੈ ਤਾਂ ਸ਼ਡਿਊਲ ਕਾਸਟ ਜਿਹੜੀਆਂ ਜਾਤੀਆਂ ਨੇ, ਅਨੁਸੂਚਿਤ ਜਾਤੀਆਂ ਨੇ, ਇਹਨਾਂ ਦੀ ਗਿਣਤੀ 30% ਨਾਲੋਂ ਵੱਧ ਹੈ। ਕਿਉਂ ਨਾ ਇਹਨਾਂ ਦਾ ਪ੍ਰਭਾਵ ਵਧਾ ਕੇ ਇਹਨਾਂ ਨੂੰ ਵੋਟ ਬੈਂਕ ਸਮਝ ਕੇ ਪੈਂਤੜਾ ਖੇਡਿਆ ਜਾਵੇ, ਔਰ ਇਹ ਪੈਂਤੜਾ ਚੱਲ ਵੀ ਸਕਦਾ ਹੈ, ਮਤਲਬ ਪ੍ਰਭਾਵੀ ਹੈ ਇਹ ਪੈਂਤੜਾ। ਇਹ ਨਹੀਂ ਹੈ ਕਿ ਵੀ ਐਵੇਂ ਹੀ ਹੈ ਇਹ ਪੈਂਤੜਾ ਚੱਲਣ ਵਾਲਾ ਵੀ ਹੈ। ਹੁਣ ਜੇ ਆਪਾਂ ਮੋਟੇ ਰੂਪ 'ਚ ਕਨਕਲੂਡ ਇਹ ਕਰੀਏ ਕਿ ਇਹ ਲੱਗ ਰਿਹਾ ਹੈ ਕਿ ਜਿਹੜੀਆਂ ਇਹ 3 ਧਿਰਾਂ ਨੇ, ਅਕਾਲੀ ਦਲ, ਕਾਂਗਰਸ, ਆਪ, ਇਹ ਆਪਾਂ ਕਹੀਏ ਕਿ ਕਿਹੜਾ ਕਿੰਨੀਆਂ ਸੀਟਾਂ ਜਾਏਗਾ ਇਹ ਅਜੇ ਕਹਿਣਾ ਔਖਾ ਹੈ, ਲੇਕਿਨ ਇਹ ਤਿੰਨੇ ਫਸਵੇਂ ਮੁਕਾਬਲੇ ਵਿੱਚ ਹੈਗੀਆਂ, ਔਰ ਅਲਟੀਮੇਟਲੀ ਫਾਈਨਲ ਰਿਜ਼ਲਟ ਤੱਕ ਇਹ ਕਲੀਅਰ ਹੈ, ਕਿਸੇ ਨੂੰ ਸੀਟਾਂ ਘੱਟ ਆਉਣ ਜਾਂ ਵੱਧ ਆਉਣ, ਪਰ ਪੋਲ ਪਰਸੈਂਟੇਜ ਦੇ ਨਾਲ
ਲੱਗ ਰਿਹਾ ਕਿ ਇਹ ਤਿੰਨੇ ਧਿਰਾਂ ਉੱਪਰ ਰਹਿਣਗੀਆਂ ਅਤੇ ਸਨਮਾਨਯੋਗ ਸੀਟਾਂ ਵੀ ਲੈ ਕੇ ਜਾਣਗੀਆਂ। ਦੇਖੋ ਹਾਰਨਾ ਜਿੱਤਣਾ ਤਾਂ ਆਪਦੀ ਥਾਂ ਹੁੰਦਾ ਹੈ। ਮਤਲਬ ਜੇ ਆਪਾਂ ਪਿਛਲੀ ਵਾਰੀ ਅਕਾਲੀ ਦਲ ਨੂੰ ਜਿੰਨਾ ਗ੍ਰਾਫ ਨੀਚੇ ਗਿਰ ਗਿਆ ਸੀ, ਉਸ ਤੋਂ ਅਕਾਲੀ ਦਲ ਉੱਪਰ ਜਾਵੇਗਾ। ਆਮ ਆਦਮੀ ਪਾਰਟੀ ਦੀਆਂ ਜਿੰਨੀਆਂ ਕੁ ਸੀਟਾਂ ਪਿੱਛੇ ਸੀਗੀਆਂ, ਜਿੰਨੀਆਂ ਉਹ ਲੈ ਗਏ ਸੀ, ਲੱਗ ਰਿਹਾ ਕਿ ਉਸ ਤੋਂ ਥੋੜੀਆਂ ਬਹੁਤੀਆਂ ਵੱਧ ਲੈ ਕੇ ਜਾਣਗੇ। ਕਾਂਗਰਸ ਕੰਪੀਟੀਸ਼ਨ 'ਚ ਸਭ ਤੋਂ ਸ਼ਾਇਦ ਅੱਗੇ ਰਹੇ, ਪਰ ਉਹਦੇ ਬਾਵਜੂਦ ਐਂ ਲੱਗ ਰਿਹਾ ਕਿ ਮੈਜੋਰਿਟੀ ਦੇ ਨੇੜੇ ਤੇੜੇ ਜਾ ਸਕਦੀ ਹੈ, ਸ਼ਾਇਦ ਮੈਜੋਰਿਟੀ ਨਾ ਲੈ ਸਕੇ। ਹੁਣ ਗੱਲ ਰਹੇਗੀ ਅਗਲਾ ਜਿਹੜੀਆਂ ਦੋ ਧਿਰਾਂ ਨੇ, ਉਹ ਹੈਗਾ ਕਿਸਾਨ ਮੋਰਚਾ ਅਤੇ ਬੀਜੇਪੀ, ਅਕਾਲੀ ਦਲ ਸੰਯੁਕਤ ਅਤੇ PLC ਲੋਕ ਕਾਂਗਰਸ, ਤਿੰਨਾਂ ਦਾ ਜਿਹੜਾ ਸਮਝੌਤਾ ਹੈ, ਇਹਦੇ ਵਿੱਚੋਂ ਜਿਹੜੀ ਲੋਕ ਕਾਂਗਰਸ ਤੇ ਬੀਜੇਪੀ ਦਾ ਜਿਹੜਾ ਸਮਝੌਤਾ ਹੈ, ਜ਼ੋਰ ਲਾਉਣ ਦੇ ਬਾਵਜੂਦ ਉਹਨਾਂ ਦੀ ਹਵਾ ਇਸ ਗੱਲ 'ਚ ਨਿਕਲੀ ਹੈ ਕਿ ਉਹਨਾਂ ਕੋਲੇ ਆਪਦੇ ਕੋਈ ਕੈਂਡੀਡੇਟ ਨਹੀਂ ਤੇ ਉਹਨਾਂ ਨੇ ਆਪਦੇ ਵੱਡੇ ਵੱਡੇ ਕੈਂਡੀਡੇਟ ਜਿਨ੍ਹਾਂ ਨੂੰ ਉਹ ਸਮਝਦੇ ਸੀ, ਗਰੇਵਾਲ ਸਾਹਿਬ ਵਰਗੇ, ਉਹਨਾਂ ਨੂੰ ਪਿੱਛੇ ਹਟਾ ਲਿਆ ਤੇ ਉਧਾਰੇ ਲਏ ਹੋਏ ਕੈਂਡੀਡੇਟ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਟਿਕਟ ਦੇ ਕੇ ਲੜਾ ਰਹੇ ਨੇ, ਜਿਹਦੇ ਵਿੱਚ ਕਲੀਅਰ ਕੱਟ ਉਹਨਾਂ ਨੇ ਪਬਲਿਕ ਦੇ ਸਾਹਮਣੇ ਮੰਨ ਲਿਆ ਕਿ ਸਾਡੇ ਕੋਲੇ ਯਾਰ ਉਹ ਕੈਂਡੀਡੇਟ ਨਹੀਂ ਹੈਗੇ ਜਿਹੜੇ ਵੋਟਾਂ ਨੂੰ ਅਟਰੈਕਟ ਕਰ ਸਕਦੇ ਸੀ। ਸੋ ਅਲਟੀਮੇਟਲੀ ਕੀ ਹੋਇਆ ਕਿ ਇਹਨਾਂ ਤੋਂ ਬਾਗੀ ਕੈਂਡੀਡੇਟ ਲੈਣ ਦਾ ਮਤਲਬ ਇਹ ਹੋਇਆ ਕਿ ਉਹਨਾਂ ਕੋਲੇ ਪ੍ਰਭਾਵੀ ਕੈਂਡੀਡੇਟ ਨਹੀਂ ਹੈਗੇ ਜਿਹੜੇ ਦਿਖਾਈ ਦੇਣ ਕਿ ਇਹ ਜਿੱਤਣ ਯੋਗ ਨੇ। ਇਸ ਤੋਂ ਅੱਗੇ ਆਪਾਂ ਗੱਲ ਕਰੀਏ ਕਿਸਾਨ ਮੋਰਚੇ ਦੀ, ਇਹਨਾਂ ਦੀ ਤਾਂ ਮੈਂ ਇੱਕ 'ਚ ਹੀ ਨਿਪਟਾਤੀ ਗੱਲ ਕਿ ਇਹ ਤਿੰਨੇ ਪਾਰਟੀਆਂ ਦੇ ਵਿੱਚ, ਜੇ ਮੈਂ ਇਹ ਕਹਾਂ ਕਿ ਮੁੱਖ ਮੰਤਰੀ ਸਾਬਕਾ ਜਿਹੜੇ ਅਮਰਿੰਦਰ ਸਿੰਘ ਜੀ ਵੀ ਮੁਕਾਬਲੇ 'ਚ ਨੇ, ਐ ਨਹੀਂ ਹੈਗਾ ਕਿ ਵੀ ਉਹ ਜਿੱਤੇ ਪਏ ਨੇ। ਜੇ ਆਪਾਂ ਕਹੀਏ ਪਰਮਿੰਦਰ ਸਿੰਘ ਢੀਂਡਸਾ ਬਹੁਤ ਸੌਖੇ ਜਿੱਤਣ ਵਾਲੇ ਨੇ, ਬਿਲਕੁਲ ਨਹੀਂ ਹੈਗੇ। ਜੇ ਆਪਾਂ ਕਹੀਏ ਕਿ ਇਹਨਾਂ ਦਾ ਕੋਈ ਵੀ, ਬੀਜੇਪੀ ਦਾ ਕੋਈ ਵੀ ਲੀਡਰ, ਇਹਨਾਂ ਦੇ ਵੀ ਵੱਡੇ ਵੱਡੇ ਲੀਡਰ ਬਾਗੀ ਹੋ ਚੁੱਕੇ ਨੇ, ਕਿਉਂਕਿ ਟਿਕਟਾਂ ਦੀ ਜੇ ਉਹਨਾਂ ਨੂੰ ਨਹੀਂ ਮਿਲੀਆਂ, ਇਹਨਾਂ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ। ਉਹਨਾਂ ਦੇ ਅੰਦਰ ਇੱਕ ਬਗਾਵਤ ਵੀ ਹੈ। ਜਿਵੇਂ ਬਾਕੀ ਪਾਰਟੀਆਂ 'ਚ ਦੇਖੋ ਦੋ ਗੱਲਾਂ ਦਿਖਾਈ ਦੇ ਰਹੀਆਂ ਨੇ ਨਾ, ਜਿਵੇਂ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ, ਕਾਂਗਰਸ ਦਾ ਹੱਥ ਉੱਪਰ ਸੀ, ਪਰ ਕਾਂਗਰਸ ਨੂੰ 20 ਤੋਂ 25 ਸੀਟਾਂ ਤੇ ਬਗਾਵਤ ਫੇਸ ਕਰਨੀ ਪੈ ਰਹੀ ਹੈ। ਉੱਥੇ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਉਲਟ ਜਾ ਸਕਦੇ ਨੇ। ਇਸ ਤਰ੍ਹਾਂ ਹੀ ਬੀਜੇਪੀ ਦੇ ਕੈਂਡੀਡੇਟਸ ਨੇ ਜਿਹੜੇ, ਉਹ ਵੀ ਕਿਸੇ ਵਜ੍ਹਾ ਨਾਲ ਦੁਖੀ ਨੇ। ਇਸ ਤਰ੍ਹਾਂ ਹੀ ਆਪ ਪਾਰਟੀ ਦੇ ਕੈਂਡੀਡੇਟ ਵੀ ਬਹੁਤ ਸਾਰੇ ਨੇ, 10-12 ਸੀਟਾਂ ਤੇ ਇਸ ਤਰ੍ਹਾਂ ਹੈ ਜਿੱਥੇ ਉਹ ਵੀ ਦੁਖੀ ਨੇ ਤੇ ਉਹ ਆਪ ਦੇ ਕੈਂਡੀਡੇਟ ਨੂੰ ਇਸ ਪੋਜੀਸ਼ਨ 'ਚ ਨੇ ਕਿ ਅਸੀਂ ਜਿੱਤਣ ਨਹੀਂ ਦੇਣਾ ਇਹਨੂੰ। ਜੇ ਮਤਲਬ ਬਰਾਬਰ ਲੜਨਾ ਤਾਂ ਕੁਦਰਤੀ ਇਸ ਤਰ੍ਹਾਂ ਦੇ ਕਾਂਟੇਦਾਰ ਟੱਕਰ 'ਚ ਜੇ ਕੋਈ ਵੀ ਵਿਰੋਧੀ 5000 ਵੋਟ ਵੀ ਲੈ ਜਾਂਦਾ ਤਾਂ ਮਾਰਜਨ ਫਰਕ ਜ਼ਿਆਦਾ ਹੋਏਗਾ, ਕਿਉਂਕਿ ਇਹ ਲੱਗ ਰਿਹਾ ਕਿ ਇਸ ਵਾਰ ਬਹੁਤ ਵੱਡੇ ਮਾਰਜਨ ਨਾਲ ਸ਼ਾਇਦ ਕੋਈ ਇੱਕੜ ਦੁੱਕੜ ਬੰਦਾ ਜਿੱਤ ਜੇ, ਵੱਖਰੀ ਗੱਲ ਹੈ, ਮਾਰਜਨ ਘਟ ਰਹੇਗਾ। ਕਿਸਾਨ ਮੋਰਚੇ ਦੀ ਮੈਂ ਜੋ ਲੋਕਾਂ ਵਿੱਚ ਦੇਖਿਆ ਪਿਛਲੇ ਦਿਨਾਂ 'ਚੋਂ ਆਵਾਜ਼ ਹੈਗੀ ਹੈ ਜੀ, ਬਿਲਕੁਲ। ਮਤਲਬ ਆਪ ਭਾਵੇਂ ਉਹ ਘੱਟ ਸਰਗਰਮ ਨੇ, ਉਹਦਾ ਕਾਰਨ ਇਹ ਹੈ ਕਿ ਹਾਲੇ ਉਹਨਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ, ਹਾਲੇ ਉਹਨਾਂ ਦੀ ਪਾਰਟੀ ਰਜਿਸਟ੍ਰੇਸ਼ਨ ਨਹੀਂ ਹੋਈ, ਹਾਲੇ ਉਹਨਾਂ ਦੀ ਸਟ੍ਰੈਟਜੀ ਨਹੀਂ ਬਣੀ। ਜਿਹੜੀ ਨੀਤੀ ਆਪਾਂ ਕਹਿੰਦੇ ਬਣਾ ਕੇ ਇਲੈਕਸ਼ਨ ਲੜਨ ਦੀ ਹੁੰਦੀ ਹੈ, ਹਾਲੇ ਉਹਨਾਂ ਦੀ ਉਹ ਨੀਤੀ ਬਣੀ ਨਹੀਂ। ਉਹਨਾਂ ਤੋਂ ਹਾਲੇ ਤੈਅ ਨਹੀਂ ਹੋਇਆ ਕਿ ਸਾਡੇ ਸਟਾਰ ਕੰਪੇਨਰ ਕੌਣ ਹੋਣਗੇ, ਸਾਡਾ ਮੁੱਖ ਨਾਅਰਾ ਕੀ ਹੋਊਗਾ, ਸਾਡੇ ਨਾਅਰੇ ਕੀ ਹੋਣਗੇ, ਸਾਡਾ ਹਮਲਾ ਕਿਹੜੀ ਪਾਰਟੀ ਤੇ ਹੋਏਗਾ। ਅਤੇ ਉਹਨਾਂ ਨੂੰ ਉਹ ਜਵਾਬ ਦੇਣੇ ਵੀ ਔਖੇ ਨੇ। ਭਾਵੇਂ ਪੱਤਰਕਾਰਾਂ ਨੇ ਤੇ ਦੂਜੀਆਂ ਪਾਰਟੀਆਂ ਨੇ ਇਸ ਗੱਲ ਨੂੰ ਬਹੁਤ ਉਭਾਰਿਆ ਹੈ ਕਿ ਉਹਨਾਂ ਦੀਆਂ ਵਿੱਚੋਂ ਸੰਯੁਕਤ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ, ਉਹਨਾਂ ਦੀਆਂ 32 ਪਾਰਟੀਆਂ 'ਚੋਂ 8-10 ਪਾਰਟੀਆਂ ਤਾਂ ਜੀ ਕਿਸਾਨ ਇਹਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਵਿਰੋਧ 'ਚ ਨੇ। ਜਦੋਂ ਕਿ ਮੈਂ ਇਸ ਗੱਲ ਨੂੰ ਠੀਕ ਨਹੀਂ ਮੰਨਦਾ। ਮੈਂ ਵਿਰੋਧ 'ਚ ਉਹਨਾਂ ਨੂੰ ਤਾਂ ਮੰਨਾਂ ਜੇਕਰ ਉਹ 8 ਪਾਰਟੀਆਂ ਜਾਂ 7 ਪਾਰਟੀਆਂ ਜਾਂ 5 ਪਾਰਟੀਆਂ, ਜਿਨ੍ਹਾਂ ਦੇ ਵਿੱਚ ਅਸੀਂ ਮੇਨ ਆਪਾਂ ਡੱਲੇਵਾਲ ਸਾਹਿਬ ਅਤੇ ਉਗਰਾਹਾਂ ਸਾਹਿਬ ਨੂੰ ਲੈਂਦੇ ਹਾਂ, ਜੇਕਰ ਉਹ ਐਲਾਨ ਕਰਨ ਜਾਂ ਟਕੈਤ ਸਾਹਿਬ ਕਿ ਬਈ ਤੁਸੀਂ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਨਹੀਂ ਪਾਉਣੀ, ਇਹਦੀ ਬਜਾਏ ਇਸ ਪਾਰਟੀ ਨੂੰ ਵੋਟ ਪਾਉਣੀ ਹੈ, ਫਿਰ ਤਾਂ ਅਸੀਂ ਕਹੀਏ ਵਿਰੋਧ 'ਚ ਨਹੀਂ। ਅਸੀਂ ਸਿਰਫ ਇੰਨਾ ਹੀ ਕਹਿ ਸਕਦੇ ਹਾਂ
ਕਿ ਉਹ ਖੁੱਲੇ ਰੂਪ 'ਚ ਇਹਨਾਂ ਦੇ ਪੱਖ 'ਚ ਨਹੀਂ ਹੈਗੇ, ਪਰ ਇਹ ਕਹਿਣਾ ਮੈਨੂੰ ਲੱਗਦਾ ਜ਼ਿਆਦਤੀ ਹੋਏਗੀ ਕਿ ਉਹ ਵਿਰੋਧ 'ਚ ਨੇ। ਸੋ ਇਸ ਕਰਕੇ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹਨਾਂ ਨੂੰ ਕੁਝ ਸਮੇਂ ਲਈ ਜਿਹੜੀਆਂ ਪਾਰਟੀਆਂ ਇਹਦੇ ਵਿੱਚ ਆ ਗਈਆਂ ਇਲੈਕਸ਼ਨ ਪ੍ਰੋਸੀਜਰ ਦੇ ਵਿੱਚ, ਉਹਨਾਂ ਨੂੰ ਕੁਝ ਸਮੇਂ ਲਈ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਦੇ ਲੀਡਰਸ ਨੂੰ। ਸਸਪੈਂਡ ਕਰਨ ਦਾ ਮਤਲਬ ਇਹ ਹੈ ਕਿ ਇੱਕ ਤਾਂ ਲੰਮੇ ਸਮੇਂ ਲਈ ਕੀਤਾ ਹੈ, ਤਾਂ ਕਿ ਦੂਜਾ ਜਿਹੜੀਆਂ ਕੁਝ ਕਮੇਟੀਆਂ ਬਣੀਆਂ ਸੀ ਉਹਨਾਂ 'ਚ ਹਾਲੇ ਵੀ ਰਿਪਲੇਸ ਨਹੀਂ ਕੀਤਾ ਕਿਸਾਨ ਮੋਰਚੇ ਨੇ ਉਹਨਾਂ ਨੂੰ। ਜੇ ਕਿਸਾਨ ਮੋਰਚਾ ਕਹਿੰਦਾ ਨਾ ਕਿ ਰਾਜੇਵਾਲ ਜਿਵੇਂ ਸਾਡੇ ਲੀਡਰ ਸੀ, ਅਸੀਂ ਉਹਨਾਂ ਦੀ ਥਾਂ ਤੇ ਹੋਰ ਬੰਦੇ ਨੂੰ ਪ੍ਰਧਾਨ ਨਿਯੁਕਤ ਕਰਤਾ, ਫਿਰ ਸ਼ਾਇਦ ਉਹਨਾਂ ਦੇ ਵਿਰੁੱਧ ਪ੍ਰਭਾਵ ਜ਼ਿਆਦਾ ਜਾਣਾ ਸੀ ਕਿ ਹਾਂ ਇਹ ਤਾਂ ਬਿਲਕੁਲ ਹੀ ਹੁਣ ਉੱਥੇ ਤਾਂ ਇਹ ਖੜਦੇ ਨਹੀਂ ਕਿਤੇ। ਸੋ ਕਿਤੇ ਐਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦਾ ਰੁਖ, ਜਿਹੜੀਆਂ ਉਹ ਜਥੇਬੰਦੀਆਂ ਨੇ ਭਾਗ ਨਹੀਂ ਲਿਆ, ਉਹਨਾਂ ਦਾ ਰੁਖ ਇਹਨਾਂ ਦੇ ਪੱਖ 'ਚ ਨਾ ਹੋ ਕੇ ਡਟਵੇਂ ਵਿਰੋਧ ਵਾਲਾ ਵੀ ਨਹੀਂ, ਬਲਕਿ ਨਰਮ ਸੁਰ ਵਾਲਾ ਹੈ। ਨਰਮ ਸੁਰ ਵਾਲਾ, ਠੀਕ ਹੈ ਨਾ। ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਜਦੋਂ ਲੋਕ ਇਸ ਦਾ ਅਰਥ ਕੱਢਣਗੇ ਤਾਂ ਮੈਨੂੰ ਲੱਗ ਰਿਹਾ ਕਿ ਇਹ ਧੜਾ ਵੀ ਕੁਛ ਨਾ ਕੁਛ ਵੋਟ ਜ਼ਰੂਰ ਲਏਗਾ। ਅੱਛਾ, ਇਸ ਧੜੇ ਦੀ ਮੈਨੂੰ ਇੱਕ ਗੱਲ ਅਜੀਬ ਲੱਗ ਰਹੀ ਹੈ ਭੰਗੂ ਸਾਹਿਬ, ਕਿ ਜਿਹੜਾ ਕਿਸਾਨ ਸੰਯੁਕਤ ਸਮਾਜ ਮੋਰਚਾ ਹੈ, ਇਹ ਮੈਨੂੰ ਜ਼ਰੂਰ ਲੱਗ ਰਿਹਾ ਕਿ ਇਹ ਕਲੀਅਰ ਕੱਟ ਇਹ ਸਮਝ ਦਿਖਾਈ ਨਹੀਂ ਦੇ ਰਿਹਾ ਕਿ ਇਹ ਸਭ ਤੋਂ ਵੱਧ ਨੁਕਸਾਨ ਕਿਹਦਾ ਕਰਦਾ ਹੈ। ਇਹਦੀ ਸਟੱਡੀ ਆਉਣ ਵਾਲੇ ਸਮੇਂ 'ਚ ਕਰਨੀ ਪਊਗੀ, ਸਮਝਣਾ ਪਊਗਾ ਇਹਨੂੰ। ਇਹ ਸੀਟ ਟੂ ਸੀਟ ਸ਼ਾਇਦ ਮਾਲਵੇ 'ਚ ਕਿਸੇ ਦਾ ਹੋਰ ਨੁਕਸਾਨ ਕਰਨਗੇ, ਸ਼ਾਇਦ ਮਾਝੇ ਤੋਂ ਆਬੇ 'ਚ ਕਿਸੇ ਦਾ ਹੋਰ ਨੁਕਸਾਨ ਕਰਨਗੇ, ਕਿਉਂਕਿ ਜਿੱਥੇ ਆਪ ਪਾਰਟੀ ਨਹੀਂ ਉੱਥੇ ਇਹ ਅਕਾਲੀ ਦਲ ਦਾ ਜ਼ਿਆਦਾ ਨੁਕਸਾਨ ਕਰਨਗੇ। ਜਿੱਥੇ ਆਪ ਪਾਰਟੀ ਲੱਗ ਰਿਹਾ ਸੀ ਵੀ ਲੀਡ ਲੈ ਰਹੀ ਹੈ, ਉੱਥੇ ਇਹ ਜ਼ਿਆਦਾ ਨੁਕਸਾਨ ਆਪ ਦਾ ਕਰਨਗੇ। ਸੋ ਇਸ ਕਰਕੇ ਇਹ ਜਿਹੜਾ ਮੋਰਚਾ ਹੈ, ਇਹ ਸੀਟਾਂ ਕਿੰਨੀਆਂ ਜਿੱਤਣ 'ਚ ਕਾਮਯਾਬ ਹੋਊਗਾ ਇਹ ਤਾਂ ਅਜੇ ਸਵਾਲ ਹੈ, ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਅਕਾਲੀ ਦਲ ਦਾ ਮਾਝੇ ਦੁਆਬੇ 'ਚ, ਮਾਲਵੇ 'ਚ ਕਾਂਗਰਸ ਦਾ ਵੱਡਾ ਨੁਕਸਾਨ ਕਰਨਗੇ, ਕਿਉਂਕਿ ਮਾਲਵੇ 'ਚ ਹਾਲੇ ਵੀ ਅਕਾਲੀ ਦਲ ਉਹ ਪੋਜੀਸ਼ਨ ਨਹੀਂ ਫੜ ਸਕਿਆ। ਹਾਲੇ ਵੀ ਅਕਾਲੀ ਦਲ ਥੋੜਾ ਜਿਹਾ ਇਹ ਲੱਗ ਰਿਹਾ ਕਿ ਆਪ ਤੇ ਕਾਂਗਰਸ ਨਾਲੋਂ ਥੋੜਾ ਜਿਹਾ ਦਬਾਅ 'ਚ ਹੈ। ਇਹ ਤਾਂ ਨਹੀਂ ਮੈਂ ਕਹੂੰਗਾ ਕਿ ਬਹੁਤ ਪਿੱਛੇ ਹੈ, ਪਰ ਪ੍ਰੈਸ਼ਰ 'ਚ ਹੈ। ਇੱਕ ਮਤਲਬ ਜਿਹੜੇ ਸਵਾਲ ਉਹਦਾ ਕਾਰਨ ਇਹ ਹੈ ਕਿ ਇਸ ਏਰੀਏ 'ਚ ਜਿਹੜਾ ਅਕਾਲੀ ਦਲ ਤੇ ਬੇਅਦਬੀਆਂ ਦਾ ਦੋਸ਼ ਲੱਗਿਆ ਹੈ, ਉਹ ਬੇਅਦਬੀਆਂ ਦੇ ਨਾਲ ਜਦੋਂ ਡੇਰਾ ਜੁੜਦਾ ਹੈ, ਉਹ ਚਰਚਾ 'ਚ ਅਕਾਲੀ ਦਲ ਕੋਲ ਹਲੇ ਵੀ ਸੰਤੋਸ਼ਜਨਕ ਜਵਾਬ ਨਹੀਂ ਹੈਗੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਮਨ ਤੇ ਅਸਰ ਕਰਨ ਵੀ ਇਹ ਠੀਕ ਕਹਿ ਰਹੇ ਨੇ, ਇਹ ਸੱਚ ਕਹਿ ਰਹੇ ਨੇ। ਤੇ ਵਿਰੋਧੀ ਉਹਨੂੰ ਉਭਾਰ ਇੰਨਾ ਜ਼ਿਆਦਾ ਰਹੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਇਹਨਾਂ ਦੀ ਦੁੱਖ ਦੀ ਰਗ ਹੈ, ਉਹ ਜਾਣ ਬੁੱਝ ਕੇ ਉਸ ਦੁੱਖ ਦੀ ਰਗ ਨੂੰ ਛੇੜਦੇ ਨੇ। ਸੋ ਇਸ ਕਰਕੇ ਮੈਨੂੰ ਇੱਥੇ ਲੱਗ ਰਿਹਾ ਕਿ ਇੱਥੇ ਆਪ ਨੂੰ ਜ਼ਿਆਦਾ ਨੁਕਸਾਨ ਹੋਏਗਾ। ਉੱਥੇ ਅਕਾਲੀ ਦਲ ਕੰਪੀਟੀਸ਼ਨ 'ਚ ਹੈ, ਉੱਥੇ ਅਕਾਲੀ ਦਲ ਨੂੰ ਨੁਕਸਾਨ ਹੋਏਗਾ। ਇਹਦੇ ਨਾਲ ਹੀ ਇੱਕ ਗੱਲ ਜਿਹੜੀ ਹੋਰ ਉੱਭਰ ਕੇ ਸਾਹਮਣੇ ਆ ਰਹੀ ਹੈ, ਜੋ ਸੰਭਾਵਨਾ ਸੀ ਕਿਸੇ ਸਮੇਂ 'ਚ ਕਿ ਬੀਜੇਪੀ ਨੂੰ ਸ਼ਾਇਦ ਡੇਰੇ ਦੀ ਵੋਟ ਦਾ ਕੋਈ ਫਾਇਦਾ ਹੋਏਗਾ, ਔਰ ਉਹਨਾਂ ਨੇ ਯਤਨ ਵੀ ਕੀਤੇ, ਪਰੰਤੂ ਹੁਣ ਦਿਖਾਈ ਇਹ ਦੇ ਰਿਹਾ ਹੈ ਕਿ ਜਿਹੜਾ ਬੀਜੇਪੀ ਵਾਲਾ ਅਲਾਇੰਸ ਹੈ, ਲੋਕ ਕਾਂਗਰਸ ਤੇ ਢੀਂਡਸਾ ਸਾਹਿਬ ਵਾਲਾ, ਉਹਦੀ ਦਿੱਕਤ ਇਹ ਵੱਡੀ ਆ ਰਹੀ ਹੈ ਕਿ ਉਹ ਕੰਪੀਟੀਸ਼ਨ 'ਚ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਉਹ ਵੋਟ ਜਿੱਤਣ ਵਾਲਿਆਂ ਨੂੰ ਪੈਂਦੀ ਹੈ, ਜਿਹੜੀ ਡੇਰੇ ਦੀ ਵੋਟ ਹੈ ਨਾ, ਕਿਉਂਕਿ ਐਡੇ ਕਮਲੇ ਤਾਂ ਡੇਰੇ ਵਾਲੇ ਵੀ ਨਹੀਂ, ਅਲਟੀਮੇਟਲੀ ਤਾਂ ਉਹ ਵੀ ਸੱਤਾ ਤੋਂ ਕੋਈ ਨਾ ਕੋਈ ਫਾਇਦਾ ਲੈਣ ਲਈ ਉਹ ਸਮਝੌਤਾ ਕਰਦੇ ਨੇ, ਵਰਨਾ ਤਾਂ ਉਹਨਾਂ ਨੂੰ ਕੀ ਲੋੜ ਹੈ ਫਿਰ। ਬਿਲਕੁਲ। ਤੇ ਜੇਕਰ ਇਸ ਅਲਾਇੰਸ ਦੇ ਸੱਤਾ ਨੇੜੇ ਤੇੜੇ ਵੀ ਨਹੀਂ ਹੈਗੀ ਤੇ ਫਿਰ ਉਹ ਇਹਨਾਂ ਨੂੰ ਕਿਉਂ ਵੋਟ ਦੇਣਗੇ? ਬਿਲਕੁਲ। ਇਹ ਅਜੇ ਕੁਐਸਚਨ ਮਾਰਕ ਹੈ। ਇਹ ਸਾਰੀ ਸਿਚੁਏਸ਼ਨ ਚੋਂ ਉਸ ਵੋਟ ਤੇ ਜਿਹੜੇ ਡੋਰੇ ਨੇ ਉਹ ਆਪ ਡਾਲਦੀ ਹੈ ਕਿ ਉਹ ਜਿਹੜੇ ਵੋਟ ਹੈ ਉਹ ਅਕਾਲੀ ਦਲ ਨੂੰ ਪੈ ਸਕਦਾ ਹੈ, ਜਾਂ ਉਹ ਵੋਟ ਕਾਂਗਰਸ ਨੂੰ ਪੈ ਸਕਦਾ ਹੈ, ਜਾਂ ਉਹ ਜੇ ਕਿਤੇ ਕਿਸੇ ਨੂੰ ਵੀ ਮਤਲਬ ਐਲਾਨੀ ਤੌਰ ਤੇ ਨਾ ਪਿਆ ਫਿਰ ਉਹ ਖਿੰਡ ਜਾਏਗਾ, ਫਿਰ ਉਹ ਪ੍ਰਭਾਵੀ ਨਹੀਂ ਰਹੇਗਾ। ਸੀਟ ਟੂ ਸੀਟ ਹੋ ਸਕਦਾ ਥੋੜਾ ਬਹੁਤਾ ਕੋਈ ਉਹਦਾ ਅਸਰ ਰਹੇ, ਫਿਰ ਉਹਦਾ ਕੋਈ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਰਹੇਗਾ, ਉਹਦਾ ਕੋਈ ਅਰਥ ਨਹੀਂ ਨਿਕਲੇਗਾ। ਸੋ ਇਸ ਤਰ੍ਹਾਂ ਦੀ ਪੋਜੀਸ਼ਨ ਲੱਗਦੀ ਹੈ ਜੀ। ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀ ਵਿਆਖਿਆ ਕੀਤੀ ਤੁਸੀਂ, ਇੱਕ ਤੋਂ ਲੈ ਕੇ ਸਾਰੇ ਇਨਕਲੂਡ ਕਰਕੇ ਦੱਸੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਦੋਸਤੋ, ਤੁਸੀਂ
ਸਮਝਿਆ ਪੰਜਾਬ ਦੀ ਸਿਆਸਤ ਅੱਜ ਕਿੱਥੇ ਕੁ ਖੜੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਦਲਾਅ ਹੋ ਸਕਦੇ ਨੇ। ਸਮਾਂ ਹਜੇ ਪਿਆ, ਦਿਨ ਕਾਫੀ ਪਏ ਨੇ, ਬੜੇ ਉਤਾਰ ਚੜਾਅ ਨੇ, ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ। ਖਾਸ ਕਰਕੇ ਜੋ ਸਾਡੇ ਸਰੋਤੇ ਨੇ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ, ਉਹਨਾਂ ਨੂੰ ਹੁੰਦਾ ਹੀ ਹੈ ਕਿ ਅਸਲ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਸਿਆਸਤ ਦੇ ਵਿੱਚ ਹੋ ਕੀ ਰਿਹਾ, ਉਸੇ ਸਾਰੇ ਵਰਤਾਰੇ 'ਚ ਤੁਹਾਡੇ ਨਾਲ ਗੱਲਬਾਤ ਕੀਤੀ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।